ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ। ਹਾਂਜੀ, ਪੰਜਾਬ ਗਵਰਨਮੈਂਟ ਵਿੱਚ ਨਿਕਲ ਰਹੀਆਂ ਨਿਊ ਰਿਕਰੂਟਮੈਂਟ ਦੀ ਜਾਣਕਾਰੀ ਦੇ ਲਈ ਤੁਸੀਂ ਸਾਡਾ ਚੈਨਲ ਪੰਜਾਬ ਜੌਬ ਅਪਡੇਟਸ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਤੁਹਾਡੇ ਤੱਕ ਹਰ ਇੱਕ ਨਿਊ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ। ਹਾਂਜੀ, ਪੰਜਾਬ ਗਵਰਨਮੈਂਟ ਦੁਆਰਾ ਪਹਿਲਾਂ ਵੀ ਜੋ ਰਿਕਰੂਟਮੈਂਟ ਨਿਕਲ ਚੁੱਕੀਆਂ ਨੇ ਉਹਨਾਂ ਨੂੰ ਤੁਸੀਂ ਸਾਡੇ ਚੈਨਲ 'ਤੇ ਵਿਜ਼ਿਟ ਕਰਕੇ ਚੈੱਕ ਕਰ ਸਕਦੇ ਹੋ। ਅਗਰ ਨੋਟੀਫਿਕੇਸ਼ਨ ਦੇ ਅਕੋਰਡਿੰਗ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਤਾਂ ਇੰਟਰਸਟਿਡ ਕੈਂਡੀਡੇਟਸ ਲਾਸਟ ਡੇਟ ਤੋਂ ਪਹਿਲਾਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ। ਹਾਂਜੀ, ਨਿਊ ਪੋਸਟਾਂ ਨਿਕਲੀਆਂ ਨੇ। ਪੋਸਟਾਂ ਜੋ ਨੇ ਇਸਰੋ ਦੁਆਰਾ ਕੱਢੀਆਂ ਗਈਆਂ ਨੇ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਠੀਕ ਹੈ ਜੀ। ਅਪਲਾਈ ਕਰਨ ਦੀ ਜੋ ਡੇਟ ਹੋਏਗੀ 24/8/2023 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਹਾਂਜੀ, ਪੋਸਟਾਂ ਦੀ ਡਿਟੇਲ ਇਸ ਪ੍ਰਕਾਰ ਆ। ਸਭ ਤੋਂ ਪਹਿਲਾਂ ਤਾਂ ਜੋ ਅਪਲਾਈ ਕਰਨਾ ਔਨਲਾਈਨ ਕਰਨਾ। ਠੀਕ ਹੈ ਜੀ। ਹੁਣ ਆਪਾਂ ਪੋਸਟਾਂ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਪੋਸਟ ਜੋ ਹੈ ਕੈਟਰਿੰਗ ਸੁਪਰਵਾਈਜ਼ਰ ਦੀ ਹੈ, ਇੱਕ ਪੋਸਟ ਹੈ SC ਕੈਟਾਗਰੀ ਦੀ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਕੁਆਲੀਫਿਕੇਸ਼ਨ ਵਿੱਚ ਦੱਸਿਆ ਹੈ ਕਿ ਤੁਸੀਂ ਡਿਗਰੀ ਇਨ ਹੋਟਲ ਮੈਨੇਜਮੈਂਟ ਜਾਂ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲੋਜੀ ਜਾਂ ਹੋਸਪਿਟੈਲਿਟੀ ਐਂਡ ਹੋਟਲ ਐਡਮਿਨਿਸਟ੍ਰੇਸ਼ਨ ਜਾਂ ਕੈਟਰਿੰਗ ਸਾਇੰਸ ਐਂਡ ਹੋਟਲ ਮੈਨੇਜਮੈਂਟ ਪਲੱਸ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਜਾਂ ਫਿਰ ਡਿਪਲੋਮਾ ਇਨ ਕੇਟਰਿੰਗ ਪਲੱਸ 3 ਸਾਲ ਦਾ ਐਕਸਪੀਰੀਅੰਸ, ਜਾਂ ਫਿਰ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਹੋਟਲ ਮੈਨੇਜਮੈਂਟ ਔਰ ਪਲੱਸ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਠੀਕ ਹੈ ਜੀ। ਨੈਕਸਟ ਪੇਜ ਦੇ ਉੱਪਰ ਇਹਨਾਂ ਨੇ ਦੱਸਿਆ ਨਰਸ ਦੀ ਪੋਸਟ ਦੇ ਲਈ। ਠੀਕ, ਇਹਦੇ 'ਚ 7 ਵੈਕੈਂਸੀਜ਼ ਨੇ ਇਹਦੀਆਂ ਟੋਟਲ ਨੰਬਰ ਆਫ ਪੋਸਟ। ਇਹਦੇ 'ਚ ਨੇ ਕੈਟਾਗਰੀ ਵਾਈਜ਼ UR 4, SC 1, OBC 1, EWS ਦੀ ਇੱਕ ਪੋਸਟ ਹੋਏਗੀ। ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੇ ਦੱਸਿਆ ਕਿ ਕਲਾਸ ਡਿਪਲੋਮਾ ਇਨ ਨਰਸਿੰਗ ਕੋਰਸ ਆਫ ਨੋਟ ਲੈਸ ਦੈਨ 3 ਈਅਰ ਡਿਊਰੇਸ਼ਨ। ਠੀਕ ਹੈ ਜੀ। ਨਰਸਿੰਗ ਦੇ ਕੋਰਸ ਦਾ ਡਿਪਲੋਮਾ ਹੋਣਾ ਚਾਹੀਦਾ ਹੈ, 3 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ, ਕਿਸੇ ਵੀ ਮਾਨਤਾ ਪ੍ਰਾਪਤ ਸੈਂਟਰ ਜਾਂ ਗਵਰਨਮੈਂਟ ਸਟੇਟ ਗਵਰਨਮੈਂਟ ਦੇ ਅੰਡਰ ਹੋਣਾ ਚਾਹੀਦਾ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਪੋਸਟ ਹੈ ਫਾਰਮਿਸਟ A, 2 ਵੈਕੈਂਸੀਜ਼ ਨੇ। ਕੈਟਾਗਰੀ ਵਾਈਜ਼ UR 1, OBC ਦੀ ਇੱਕ ਦੋਨੋਂ ਦੀ ਇੱਕ ਹੈ। ਠੀਕ ਜੀ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਿਪਲੋਮਾ ਇਨ ਫਾਰਮੇਸੀ ਕੋਰਸ ਨੋਟ ਲੈਸ ਦੈਨ 2 ਈਅਰ ਡਿਊਰੇਸ਼ਨ, 2 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ। ਡਿਪਲੋਮਾ ਤੁਹਾਡਾ ਮਾਨਤਾ ਪ੍ਰਾਪਤ ਕਾਲਜ ਇੰਸਟੀਟਿਊਟ ਤੋਂ ਤੁਹਾਡਾ ਕੀਤਾ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਨੈਕਸਟ ਨੰਬਰ ਰੇਡੀਓਗ੍ਰਾਫਰ ਦੀ ਪੋਸਟ ਹੈ। ਇਹਦੇ 'ਚ 4 ਵੈਕੈਂਸੀਜ਼ ਨੇ। ਇਹਦੇ 'ਚ ਇਹਨਾਂ ਨੇ ਲਿਖਿਆ ਕਿ ਕੈਟਾਗਰੀ ਦੇ ਅਕੋਰਡਿੰਗ ਡਿਵਾਈਡ ਕੀਤਾ, UR 2, OBC 1, SC 1। ਠੀਕ ਹੈ। ਉਸ ਤੋਂ ਬਾਅਦ ਫਸਟ ਕਲਾਸ ਡਿਪਲੋਮਾ ਇਨ ਰੇਡੀਓਗ੍ਰਾਫੀ ਕੋਰਸ ਆਫ ਨੋਟ ਲੈਸ ਦੈਨ 2 ਈਅਰ ਡਿਊਰੇਸ਼ਨ, 2 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ। ਨੈਕਸਟ ਪੇਜ ਦੇ ਉੱਪਰ ਨੈਕਸਟ ਪੋਸਟ ਜੋ ਹੈ ਲੈਬ ਟੈਕਨੀਸ਼ੀਅਨ ਦੀ ਹੈ, ਇੱਕ ਵੈਕੈਂਸੀ ਹੈ SC ਕੈਟਾਗਰੀ ਦੀ ਇੱਕ। ਠੀਕ ਹੈ ਜੀ। ਇਹਦੇ 'ਚ ਇਹਨਾਂ ਨੇ ਕਿਹਾ ਫਸਟ ਕਲਾਸ ਡਿਪਲੋਮਾ ਇਨ ਮੈਡੀਕਲ ਲੈਬੋਰਟਰੀ ਟੈਕਨੋਲੋਜੀ ਕੋਰਸ ਆਫ ਨੋਟ ਲੈਸ ਦੈਨ 2 ਸਾਲ ਦਾ ਡਿਊਰੇਸ਼ਨ ਤੋਂ ਤੁਹਾਡਾ ਜੋ ਕੋਰਸ ਨਹੀਂ ਹੋਣਾ ਚਾਹੀਦਾ, ਕਿਸੇ ਮਾਨਤਾ ਪ੍ਰਾਪਤ ਕਾਲਜ ਇੰਸਟੀਟਿਊਟ ਤੋਂ ਕੀਤਾ ਹੋਣਾ ਜ਼ਰੂਰੀ ਹੋਏਗਾ। ਉਸ ਤੋਂ ਬਾਅਦ ਨੈਕਸਟ ਜੋ ਹੈ ਲੈਬ ਟੈਕਨੀਸ਼ੀਅਨ ਦੀ ਹੈ। ਠੀਕ ਹੈ ਜੀ। ਇਹਦੇ 'ਚ ਡੈਂਟਲ ਦੀਆਂ ਪੋਸਟਾਂ ਨੇ। ਠੀਕ ਹੈ। ਇਹਦੇ 'ਚ ਇੱਕ ਵੈਕੈਂਸੀ ਹੈ ਜਿਹਦੇ ਵਿੱਚ ਅੱਗੇ ਇਹਨਾਂ ਨੇ ਕਿਹਾ ਕਿ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਦੇ 'ਚ ਲਿਖਿਆ ਹੈ ਫਸਟ ਕਲਾਸ ਡਿਪਲੋਮਾ ਇਨ ਡੈਂਟਲ ਹਾਈਜੀਨ ਕੋਰਸ ਆਫ ਨੋਟ ਲੈਸ ਦੈਨ 2 ਈਅਰ, 2 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ। ਮਾਨਤਾ ਪ੍ਰਾਪਤ ਕਾਲਜ ਇੰਸਟੀਟਿਊਸ਼ਨ ਤੋਂ ਤੁਹਾਡਾ ਜੋ ਹੈ ਡਿਪਲੋਮਾ ਕੀਤਾ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਅਸਿਸਟੈਂਟ ਰਾਜ ਭਾਸ਼ਾ ਦੀ ਪੋਸਟ ਹੈ। ਇਹਦੇ ਵਿੱਚ ਇੱਕ ਵੈਕੈਂਸੀ ਹੈ, ਅਨਰਿਜ਼ਰਵਡ ਹੈ। ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਗ੍ਰੈਜੂਏਸ਼ਨ ਵਿਦ ਅ ਮਿਨੀਮਮ ਆਫ 60% ਮਾਰਕਸ, ਗ੍ਰੈਜੂਏਸ਼ਨ ਦੇ ਵਿੱਚ 60% ਮਾਰਕਸ ਹੋਣੇ ਚਾਹੀਦੇ ਨੇ ਤੁਹਾਡੇ, ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਤੋਂ ਕੀਤੇ ਹੋਣਾ ਜ਼ਰੂਰੀ ਹੋਏਗਾ ਤੁਹਾਡੀ ਗ੍ਰੈਜੂਏਸ਼ਨ। ਦੈਨ ਉਸ ਤੋਂ ਬਾਅਦ ਤੁਹਾਡੀ ਟਾਈਪਿੰਗ ਸਪੀਡ ਹੋਣੀ ਚਾਹੀਦੀ ਆ। ਹਿੰਦੀ ਟਾਈਪਿੰਗ ਸਪੀਡ ਜੋ ਹੈ 25 ਵਰਡ ਪਰ ਮਿੰਟ ਔਨ ਕੰਪਿਊਟਰ ਦੇ ਉੱਪਰ 25 ਵਰਡ ਪਰ ਮਿੰਟ ਦੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਔਰ ਕੰਪਿਊਟਰ ਦੇ ਵਿੱਚ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਹੈ, ਤੁਸੀਂ ਮਾਹਿਰ ਹੋਣੇ ਚਾਹੀਦੇ ਹੋ ਕੰਪਿਊਟਰ ਚਲਾਉਣ ਦੇ। ਇੰਗਲਿਸ਼ ਦੀ ਵੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਟਾਈਪਿੰਗ ਔਰ ਇੰਗਲਿਸ਼ ਲੈਂਗੁਏਜ ਦੀ। ਉਸ ਤੋਂ ਬਾਅਦ ਕੁੱਕ ਦੀ ਗੱਲ ਕਰੀਏ ਤਾਂ 4 ਵੈਕੈਂਸੀਜ਼ ਨੇ ਜੋ ਕਿ ਕੈਟਾਗਰੀ ਦੇ ਅਕੋਰਡਿੰਗ ਨੇ। ਅਨਰਿਜ਼ਰਵਡ 2 ਨੇ, SC 1, EWS ਦੀ ਇੱਕ ਪੋਸਟ ਹੈ। ਉਸ ਤੋਂ ਬਾਅਦ ਇਹਦੇ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ 10th ਪਾਸ ਹੋਣੇ ਚਾਹੀਦੇ ਹੋ ਤੁਸੀਂ। ਠੀਕ ਹੈ ਜੀ। ਉਸ ਤੋਂ ਬਾਅਦ 5 ਈਅਰ ਐਕਸਪੀਰੀਅੰਸ ਐਜ਼ ਅ ਕੁੱਕ ਅ ਵੈਲ ਸਟੈਬਲਿਸ਼ ਹੋਟਲ ਕੈਂਟੀਨ, ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕਿਸੇ ਵਧੀਆ ਹੋਟਲ ਜਾਂ ਕੈਂਟੀਨ ਦੇ ਵਿੱਚ ਹੋਣਾ ਚਾਹੀਦਾ। ਇਹ ਐਕਸਪੀਰੀਅੰਸ ਉੱਥੇ ਕੰਮ ਕੀਤਾ ਹੋਣਾ ਜ਼ਰੂਰੀ ਹੋਏਗਾ। ਠੀਕ ਹੈ ਜੀ। ਉਸ ਤੋਂ ਬਾਅਦ ਜੋ ਹੈ
ਲਾਈਟ ਵਹੀਕਲ ਡਰਾਈਵਰ ਦੀ ਪੋਸਟ ਹੈ, ਠੀਕ ਹੈ ਜੀ। ਇਹਦੇ 'ਚ ਪੋਸਟਾਂ ਜੋ ਨੇ 13 ਨੇ, ਅਨਰਿਜ਼ਰਵਡ 7, OBC 3, SC 1, ST 1 ਔਰ EWST 1 ਹੋਏਗੀ। ਇਹਦੇ ਵਿੱਚ ਅਗਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਜਿਨ੍ਹਾਂ ਨੇ ਮੈਟ੍ਰਿਕ ਜ਼ਰੂਰੀ ਹੈ, ਤੁਹਾਡੀ 10th ਪਾਸ ਹੋਣੇ ਚਾਹੀਦੀ ਹੈ, ਤੁਸੀਂ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਐਜ਼ ਅ ਲਾਈਟ ਵਹੀਕਲ ਡਰਾਈਵਰ, ਠੀਕ ਹੈ ਜੀ। ਮਸਟ ਪ੍ਰੋਸੈਸ ਵਾਈਲਡ LVD ਲਾਇਸੈਂਸ ਜ਼ਰੂਰੀ ਹੈ, ਤੁਹਾਡੇ ਕੋਲ ਹੋਣਾ ਚਾਹੀਦਾ। ਦੈਨ ਉਸ ਤੋਂ ਨੈਕਸਟ ਪੇਜ ਦੇ ਉੱਪਰ ਇਹਨਾਂ ਨੇ ਲਿਖਿਆ, ਨੈਕਸਟ ਪੇਜ ਦੇ ਉੱਪਰ ਹੈਵੀ ਵਹੀਕਲ ਡਰਾਈਵਰ ਦੀ ਪੋਸਟ ਹੈ, 14 ਵੈਕੈਂਸੀਜ਼ ਨੇ। ਇਹਦੇ ਵਿੱਚ UR 7, OBC 3, SC 2, ST ਦੀ 1 ਹੋਣੀ ਚਾਹੀਦੀ ਹੈ, EWST ਵੀ 1 ਪੋਸਟ ਹੈ ਤੁਹਾਡੀ, ਠੀਕ ਹੈ ਜੀ, ਜਿਹੜੀ ਕੈਟਾਗਰੀ ਦੇ ਅਕੋਰਡਿੰਗ ਡਿਵਾਈਡ ਕੀਤੀ ਗਈ ਹੈ 14 ਪੋਸਟਾਂ ਨੂੰ। ਐਕਸਪੀਰੀਅੰਸ ਦੀ ਗੱਲ ਕਰੀਏ ਤਾਂ 10th ਤੁਸੀਂ ਪਾਸ ਹੋਣੇ ਚਾਹੀਦੇ ਹੋ, 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆ, ਵਿਚ ਮਿਨੀਮਮ ਈਅਰ ਐਜ਼ ਹੈਵੀ ਡਰਾਈਵਰ ਐਂਡ ਦਾ ਬੈਲੈਂਸ ਪੀਰੀਅਡ ਡਰਾਈਵਰ ਐਕਸਪੀਰੀਅੰਸ ਆਫ ਲਾਈਟ ਮੋਟਰ ਵਹੀਕਲ, ਠੀਕ ਹੈ ਜੀ। 5 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਚਾਹੀਦਾ ਆ। ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਕਿ ਤੁਹਾਡੇ ਕੋਲ ਲਾਇਸੈਂਸ ਜ਼ਰੂਰੀ ਹੈ, ਠੀਕ। ਉਸ ਤੋਂ ਬਾਅਦ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਫਾਇਰਮੈਨ ਦੀ ਪੋਸਟ ਹੈ, ਕੈਟਾਗਰੀ ਦੇ ਅਕੋਰਡਿੰਗ UR 4, OBC 2 ਔਰ ਉਸ ਤੋਂ ਬਾਅਦ ST 1, EWST 1 ਪੋਸਟ ਹੈ। ਇਹਦੇ 'ਚ ਇਹਨਾਂ ਨੇ ਕਿਹਾ ਕਿ ਤੁਸੀਂ ਜੋ 10th ਪਾਸ ਹੋਣੇ ਚਾਹੀਦੇ ਹੋ, ਠੀਕ ਹੈ ਜੀ। ਨੈਕਸਟ ਹੁਣ ਆਪਾਂ ਪੇ ਸਕੇਲ ਅਤੇ ਏਜ ਲਿਮਿਟ ਦੀ ਗੱਲ ਕਰਦੇ ਹਾਂ ਪੋਸਟਾਂ ਦੇ ਅਕੋਰਡਿੰਗ। ਇਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਕੈਟਰਿੰਗ ਸੁਪਰਵਾਈਜ਼ਰ ਦੀ ਗੱਲ ਕੀਤੀ ਹੈ, 50,268 ਪਰ ਮੰਥ ਹੋਏਗੀ, ਏਜ ਲਿਮਿਟ 18 ਤੋਂ 35 ਸਾਲ, ਠੀਕ ਹੈ। ਨੈਕਸਟ ਨਰਸ ਦੇ ਲਈ 63,758 ਪਰ ਮੰਥ, ਏਜ ਲਿਮਿਟ ਸੇਮ 18 ਤੋਂ 35 ਸਾਲ। ਉਸ ਤੋਂ ਬਾਅਦ ਫਾਰਮਿਸਟ ਦੀ 41,664 ਪਰ ਮੰਥ, ਏਜ ਲਿਮਿਟ ਸੇਮ 18 ਤੋਂ 35 ਸਾਲ। ਉਸ ਤੋਂ ਬਾਅਦ ਰੇਡੀਓਗ੍ਰਾਫਰ ਔਰ ਲੈਬ ਟੈਕਨੀਸ਼ੀਅਨ ਦੀ 36,210 ਪਰ ਮੰਥ, ਏਜ ਲਿਮਿਟ ਸੇਮ। ਇੱਦਾਂ ਹੀ ਲੈਬ ਟੈਕਨੀਸ਼ੀਅਨ ਇਹ ਡੈਂਟਲ ਹਾਈਜੀਨਿਸਟ ਦੀ 36,210 ਔਰ ਏਜ ਲਿਮਿਟ 18 ਤੋਂ 35 ਸਾਲ, ਠੀਕ ਹੈ ਜੀ। ਉਸ ਤੋਂ ਬਾਅਦ ਅਸਿਸਟੈਂਟ ਰਾਜ ਭਾਸ਼ਾ ਦੀ ਗੱਲ ਕਰੀਏ ਤਾਂ 36,210 ਪਰ ਮੰਥ ਔਰ 18 ਤੋਂ 28 ਸਾਲ ਏਜ ਹੋਣੀ ਚਾਹੀਦੀ ਹੈ ਤੁਹਾਡੀ। ਉਸ ਤੋਂ ਬਾਅਦ ਕੁੱਕ ਦੀ ਗੱਲ ਕਰੀਏ, ਕੁੱਕ LVD HVD, ਠੀਕ ਹੈ, ਜਿਹੜੇ ਵੀ ਡਰਾਈਵਰ ਨੇ, ਹੈਵੀ ਡਰਾਈਵਰ ਲਾਈਟ ਡਰਾਈਵਰ ਦੀ ਗੱਲ ਕੀਤੀ ਹੈ, ਇਹਦੇ 'ਚ 28,258 ਪਰ ਮੰਥ ਸੈਲਰੀ ਹੋਏਗੀ, 18 ਤੋਂ 35 ਸਾਲ ਤੁਹਾਡੀ ਏਜ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਫਾਇਰਮੈਨ ਦੀ ਗੱਲ ਕਰੀਏ ਤਾਂ 28,258 ਪਰ ਮੰਥ ਸੈਲਰੀ, 18 ਤੋਂ 25 ਸਾਲ ਤੁਹਾਡੀ ਏਜ ਲਿਮਟ ਹੋਣੀ ਚਾਹੀਦੀ ਹੈ। ਦੈਨ ਹੁਣ ਆਪਾਂ ਔਨਲਾਈਨ ਜੋ ਅਪਲਾਈ ਕਰਨਾ, ਫੀਸ ਦੀ ਗੱਲ ਕਰਦੇ ਹਾਂ। ਫੀਸ ਦੇ ਵਿੱਚ ਇਹਨਾਂ ਨੇ ਲਿਖਿਆ ਕਿ 750 ਰੁਪਏ ਫੀਸ ਲਿੱਤੀ ਜਾਏਗੀ ਤੁਹਾਡੇ ਤੋਂ। ਵੂਮੈਨਸ ਦੇ ਲਈ SC ST PW BD ਐਕਸ ਸਰਵਿਸਮੈਨ ਤੋਂ, ਔਰ ਫੀਸ ਇਹਨਾਂ ਦੀ ਜੋ ਹੈ ਵਾਪਸ ਕਰ ਦਿੱਤੀ ਜਾਏਗੀ। ਉਸ ਤੋਂ ਬਾਅਦ 500 ਰੁਪਈਆ ਫੀਸ ਹੈ। ਇਹਦੇ 'ਚ ਇਹਨਾਂ ਨੇ ਲਿਖਿਆ ਕਿ ਇਹ ਜੋ ਫੀਸ ਹੈ ਅਦਰ ਕੈਟਾਗਰੀ ਦੇ ਲਈ ਹੈ, ਜਿਹੜੇ ਬਾਕੀ ਜੋ ਕੈਂਡੀਡੇਟਸ ਰਹਿ ਗਏ ਨੇ ਉਹਨਾਂ ਦੇ ਲਈ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਅਪਲਾਈ ਜੋ ਕਰਨਾ ਤੁਸੀਂ ਔਨਲਾਈਨ ਕਰਨਾ, ਅੱਛੇ ਤਰੀਕੇ ਨਾਲ ਸਾਰਾ ਨੋਟੀਫਿਕੇਸ਼ਨ ਰੀਡ ਕਰ ਲੈਣਾ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, 4/8/2023 ਤੋਂ ਲੈ ਕੇ 24/8/2023 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਫੀਸ ਜੋ ਪੇਮੈਂਟ ਤੁਹਾਡੀ ਹੋਏਗੀ, ਫੀਸ ਦੀ ਪੇਮੈਂਟ 25/8/2023 ਤੱਕ ਤੁਸੀਂ ਫੀਸ ਆਪਣੀ ਪੇ ਕਰ ਸਕਦੇ ਹੋ। ਹਾਂਜੀ, ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ, ਸ਼ੇਅਰ ਕਰਨਾ ਔਰ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਸਾਡੇ ਦੁਆਰਾ ਦਿੱਤੀ ਜਾ ਰਹੀ ਇਨਫੋਰਮੇਸ਼ਨ ਤੁਹਾਨੂੰ ਕਿੱਦਾਂ ਲੱਗ ਰਹੀ ਹੈ। ਔਰ ਕਮੈਂਟ ਬਾਕਸ 'ਚ ਅਗਰ ਤੁਹਾਡੀ ਕੋਈ ਕੁਐਰੀ ਆ ਇਸ ਪੋਸਟਾਂ ਨੂੰ ਲੈ ਕੇ ਤਾਂ ਸਾਨੂੰ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਕਿਸੇ ਵੀ ਟਾਈਮ। ਔਰ ਸਾਡਾ ਟੈਲੀਗ੍ਰਾਮ ਗਰੁੱਪ, WhatsApp ਗਰੁੱਪ ਔਰ ਇੰਸਟਾਗ੍ਰਾਮ ਦਾ ਪੇਜ ਵੀ ਤੁਸੀਂ ਜ਼ਰੂਰ ਜੁਆਇਨ ਕਰੋ ਤਾਂ ਕਿ ਤੁਹਾਨੂੰ ਟਾਈਮ ਟੂ ਟਾਈਮ ਸਾਰੀ ਇਨਫੋਰਮੇਸ਼ਨ ਮਿਲਦੀ ਰਹੇ। ਇਸ ਪੋਸਟਾਂ ਨੂੰ ਲੈ ਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਕਮੈਂਟ ਕਰਕੇ ਸਾਨੂੰ ਲੈ ਸਕਦੇ ਹੋ। ਧੰਨਵਾਦ ਜੀ, ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ।